ਦੋਸਤੋ ਇਸ ਵਕਤ ਮੈਂ ਆਪਣੇ ਹਲਕਾ ਭੁਲੱਥ ਦੇ ਸਾਡਾ ਜਿਹੜਾ ਮੇਰੇ ਪਿੰਡ ਦੇ ਨੇੜੇ ਜਿਹੜੇ ਪਿੰਡ ਨੇ ਤਲਵੰਡੀ ਪੁੜਦਲ ਮਾਨਾ ਤਲਵੰਡੀ ਨਡਾਲੇ ਦੇ ਨੇੜੇ ਤੇੜੇ ਭੁਲੱਥ ਹਲਕੇ ਦੇ ਵਿੱਚ ਅਸੀਂ ਖੜੇ ਹਾਂ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਬੁਰੀ ਤਰ੍ਹਾਂ ਨਾਲ ਸਾਰੀ ਜਿਹੜੀ ਕਣਕ ਦੀ ਫਸਲ ਆ ਉਹ ਤਬਾਹ ਹੋਈ ਆ। ਕੱਲ ਜਿਹੜੀ ਰਾਤ ਸਾਰੀ ਲਗਾਤਾਰ ਬੇਮੌਸਮੀ ਬਾਰਿਸ਼ ਪਈ। ਇੱਧਰ ਵੀ ਤੁਸੀਂ ਦਿਖਾ ਸਕਦੇ ਹੋ ਸਾਰੇ ਪਾਸੇ ਜਿੱਥੇ ਜਿੱਥੇ ਵੀ ਨਿਗਾਹ ਜਾਂਦੀ ਆ ਔਰ ਵਿੱਚੋਂ ਬਹੁਤ ਸਾਰੀ ਕਣਕ ਜਿਹੜੀ ਆ ਅਸੀਂ ਪਿੱਛੇ ਛੱਡ ਕੇ ਆਏ ਆ ਉਹ ਤਕਰੀਬਨ ਸਾਰੀ ਪੱਕੀ ਤਬਾਹ ਹੋਈ ਆ। ਪੱਕ ਚੁੱਕੀ ਸੀ ਫਸਲ, ਲੇਕਿਨ ਬਾਰਿਸ਼ ਹੋਈ ਔਰ ਸ਼ਾਇਦ ਹਵਾ ਚੱਲੀ ਉਹਦੇ ਨਾਲ ਬਹੁਤ ਵੱਡੀ ਤਬਾਹੀ। ਮੈਨੂੰ ਪਤਾ ਲੱਗਿਆ ਕਿ ਮਾਲਵੇ ਦੇ ਵਿੱਚ ਤਾਂ ਬਹੁਤ ਕਿਤੇ ਗੜੇਮਾਰੀ ਵੀ ਹੋਈ ਆ, ਬਹੁਤ ਜ਼ਬਰਦਸਤ ਗੜੇ ਪਏ ਨੇ ਔਰ ਗੜਿਆਂ ਨੇ ਜਿਹੜੀ ਸੀ ਕਣਕ ਦੀ ਫਸਲ ਉਹ ਬਿਲਕੁਲ ਤਹਿਸ਼ ਨਹਿਸ਼ ਕਰ ਦਿੱਤੀ ਆ। ਸੋ ਅਗਰ ਆਪਾਂ ਰਫ ਐਸਟੀਮੇਟ ਲਾਵਾਂਗੇ ਤਾਂ ਇਹ ਹੋ ਸਕਦਾ ਕੁਝ 1 ਲੱਖ 1.5 ਲੱਖ ਜਾਂ 2 ਲੱਖ ਕੁਝ ਲੱਖਾਂ ਏਕੜਾਂ ਦੇ ਵਿੱਚ ਫਸਲ ਸਾਰੇ ਪੰਜਾਬ ਦੇ ਵਿੱਚ ਕਣਕ ਦੀ ਫਸਲ ਤਬਾਹ ਹੋਈ ਆ। ਔਰ ਇਹ ਕਹਿਣ ਦੀ ਲੋੜ ਨਹੀਂ ਕਿ ਬੜੀ ਮੁਸ਼ਕਿਲ ਨਾਲ ਕਿਸਾਨ ਜਿਹੜਾ ਵਾ ਔਰ ਸਾਡੇ ਜਿਹੜੇ ਖੇਤ ਮਜ਼ਦੂਰ ਨੇ ਉਹ ਆਪਣੇ ਫਸਲ ਨੂੰ ਆਪਣੇ ਬੱਚਿਆਂ ਵਾਂਗੂ ਪਾਲਦੇ ਨੇ, ਵੇਟ ਕਰਦੇ ਰਹਿੰਦੇ ਨੇ ਕਿ 6 ਮਹੀਨੇ ਹੁਣ ਫਸਲ ਆਵੇਗੀ ਔਰ ਇਸ ਫਸਲ ਦੇ ਸਿਰ ਦੇ ਉੱਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਖਰਚੇ ਪੂਰੇ ਕਰਨੇ ਆ। ਕਈਆਂ ਨੇ ਬੱਚਿਆਂ ਦੀ ਸ਼ਾਦੀ ਕਰਨੀ ਆ, ਕਿਸੇ ਨੇ ਆਪਣੇ ਬਜ਼ੁਰਗ ਮਾਂ ਪਿਓ ਦਾ ਇਲਾਜ ਕਰਾਉਣਾ ਵਾ, ਕਈਆਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵਾ, ਕਈਆਂ ਨੇ ਇਸੇ ਫਸਲ ਦੇ ਪੈਸੇ ਦੇ ਨਾਲ ਆਪਣੇ ਬੱਚਿਆਂ ਨੂੰ ਬਾਹਰਲੇ ਵਿਦੇਸ਼ਾਂ ਵਿੱਚ ਭੇਜਣ ਦੇ ਸੁਪਨੇ ਲਏ ਹੁੰਦੇ ਨੇ। ਸਾਰੇ ਸੁਪਨੇ ਜਿਹੜੇ ਆ ਉਹਨਾਂ ਦੇ ਵਿਚਾਰਿਆਂ ਦੇ ਅੱਜ ਇੱਕ ਰਾਤ ਦੀ ਮੌਸਮ ਦੀ ਬੇਮੌਸਮੀ ਬਾਰਿਸ਼ ਦੇ ਨਾਲ ਚਕਨਾਚੂਰ ਹੋ ਗਏ ਨੇ। ਇਸ ਦੇ ਨਾਲ ਹੀ ਅੱਜ ਇਹ ਵੀ ਖਬਰ ਆਈ ਆ ਕਿ ਫਾਜ਼ਿਲਕਾ ਦੇ ਵਿੱਚ ਇੱਕ ਪਿੰਡ ਆ ਬਕੈਨ ਵਾਲਾ, ਜਿਹੜਾ ਤਕਰੀਬਨ ਆਪਣੇ ਲਾਸਟ ਵਿਲੇजेस ਵਿੱਚ ਆ, ਉੱਥੇ ਕੋਈ ਇਸ ਤਰ੍ਹਾਂ ਦਾ ਸਪੈਸ਼ਲ ਜ਼ੋਰਦਾਰ ਹਵਾ ਚੱਲੀ, ਕੋਈ ਟੋਰਨੇਡੋ ਕਹਿੰਦੇ ਸਾਈਕਲੋਨ ਆਇਆ ਜਿੱਦਾਂ ਬਾਹਰ ਵਿਦੇਸ਼ਾਂ 'ਚ ਆਪਾਂ ਸੁਣਦੇ ਆ। ਬਹੁਤ ਤੇਜ਼ ਹਵਾ ਚੱਲੀ ਜਿਹਦੇ ਨਾਲ 30 ਦੇ ਕਰੀਬ ਜਿਹੜੇ ਗਰੀਬ ਦਲਿਤਾਂ ਦੇ ਮਕਾਨ ਜਿਹੜੇ ਸੀ ਉਹ ਟੱਟ ਗਏ ਨੇ। ਮਕਾਨ ਹੀ ਮਤਲਬ ਉਹਨਾਂ ਦੇ ਢਹਿ ਢੇਰੀ ਹੋ ਗਏ ਨੇ ਔਰ ਸ਼ਾਇਦ 12 13 15 ਜਿਹੜੇ ਉੱਥੋਂ ਦੇ ਬਸ਼ਰ ਸੀਗੇ ਬਸ਼ਿੰਦੇ ਨੇ ਉਹ ਮਕਾਨਾਂ ਦੇ ਡਿੱਗਣ ਦੇ ਕਰਕੇ ਉਹ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਨੇ, ਇੰਜਰਡ ਨੇ। ਸੋ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ, ਕਿਉਂਕਿ ਅਰਵਿੰਦ ਕੇਜਰੀਵਾਲ ਕਾਫੀ ਵਾਰੀ ਦਿੱਲੀੋਂ ਕਹਿੰਦੇ ਨੇ ਕਿ ਅਸੀਂ ਤਾਂ ਨੋਰਮਲ ਜਿਹੜੇ ਮੁਆਵਜ਼ੇ ਕਿਉਂਕਿ ਦਿੱਤੇ ਨਹੀਂ ਗਏ, ਕਦੀ ਸਰਕਾਰਾਂ ਦਿੰਦੀਆਂ ਨਹੀਂ ਗਈਆਂ, ਸਪੈਸ਼ਲ ਗਿਰਦਾਵਰੀ ਕਰਾਵਾਂਗੇ ਔਰ ਫਿਰ ਪਟਵਾਰੀ ਪਿੰਡਾਂ 'ਚ ਫਿਰਦੇ ਨੇ, ਫਿਰ ਬਹੁਤ ਮਤਲਬ ਜ਼ੋਰ ਲਾ ਕੇ ਕਿਤੇ 5-7 ਹਜ਼ਾਰ ਰੁਪਈਆ ਪ੍ਰਤੀ ਏਕੜ ਮੁਆਵਜ਼ਾ ਕਦੀ ਉਹ ਵੀ ਕਦੀ ਮਿਲਦਾ ਚੱਜ ਨਾਲ, ਬੰਨੇ ਨਾ ਬੰਨਾ ਛੱਡ ਜਾਂਦੇ ਨੇ। ਉਹ ਉੱਥੇ ਪੱਖਪਾਤ ਹੋ ਜਾਂਦਾ, ਇਹ ਮੇਰਾ ਹੈ ਤੇਰਾ ਹੈ, ਮਤਲਬ ਕਿ ਕਹਿਣ ਤੋਂ ਭਾਵ ਕਿ ਅੱਜ ਤੱਕ ਕਿਸੇ ਵੀ ਸਰਕਾਰ ਐਂਡ ਆਈ ਐਡਮਿਟ ਇਟ, ਮੈਂ ਮੰਨ ਰਿਹਾ ਵਾਂ ਕਿ ਪਿਛਲੀਆਂ ਸਰਕਾਰਾਂ ਜਿਹਦੇ 'ਚ ਕਾਂਗਰਸ ਸਰਕਾਰ ਵੀ ਪਾ ਦਿਓ, ਚੰਗੀ ਤਰ੍ਹਾਂ ਨਾਲ ਕੰਪਨਸੇਸ਼ਨ ਜਿਹੜੀ ਅੱਛੀ ਕੋਈ ਪਾਏਦਾਰ ਕੰਪਨਸੇਸ਼ਨ ਮੁਆਵਜ਼ਾ ਉਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤਾ। ਤੇ ਹੁਣ ਇਹ ਸਰਕਾਰ ਨੇ ਵਾਅਦਾ ਕੀਤਾ ਹੋਇਆ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕੁਝ ਦਿੱਲੀ ਦੇ ਵਿੱਚ ਕਰਕੇ ਦਿਖਾਇਆ। ਉਹਨਾਂ ਨੇ ਕਿਹਾ ਕਿ ਮੈਂ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ 50,000 ਰੁਪਏ ਹੈਕਟੇਅਰ ਯਾਨੀ ਕਿ 20,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ। ਉਹਨਾਂ ਨੇ ਕਿਹਾ ਮੈਂ ਸਵਾਮੀਨਾਥਨ ਫਾਰਮੂਲੇ ਦੇ ਹਿਸਾਬ ਦੇ ਨਾਲ ਮੁਆਵਜ਼ਾ ਵੀ ਦਊਂਗਾ। ਉਹ ਦੇ ਸਕਦੇ ਨੇ, ਚਲੋ ਮੰਨ ਲਿਆ ਕਿ ਉਹਨਾਂ ਦਾ ਰਕਬਾ ਥੋੜਾ ਵਾ ਕਿ ਉੱਥੇ ਖੇਤੀਬਾੜੀ ਜ਼ਿਆਦਾ ਹੈ ਨਹੀਂ, ਲੋਕ ਉਹਨਾਂ ਨੇ ਕਰਕੇ ਦਿਖਾਤਾ। ਹੁਣ ਕੁਦਰਤੀ ਤੌਰ ਤੇ ਉਹਨਾਂ ਦੀ ਸਰਕਾਰ ਇੱਥੇ ਵੀ ਬਣ ਗਈ ਜਿਹੜੀ ਕਹਿੰਦੇ ਬਦਲਾਅ ਲੈ ਕੇ ਆਉਣਾ ਵਾ। ਤਾਂ ਹੁਣ ਭਗਵੰਤ ਸਿੰਘ ਮਾਨ ਦਾ ਬਿਆਨ ਪੜ੍ਹ ਰਿਹਾ ਸੀ ਅੱਜ ਕਿ ਉਹਨਾਂ ਨੇ ਸਪੈਸ਼ਲ ਗਿਰਦਾਵਰੀ ਆਰਡਰ ਕਰ ਦਿੱਤੀ ਹੈ, ਮੰਨ ਲਿਆ, ਲੇਕਿਨ ਮੁਆਵਜ਼ਾ ਹੁਣ ਘੱਟੋ ਘੱਟ ਜਿਹੜਾ 20,000 ਰੁਪਏ ਪ੍ਰਤੀ ਏਕੜ ਮਗਰਲਿਆਂ ਨੇ ਨਹੀਂ ਦਿੱਤਾ। ਕੁਝ ਲੋਕ ਕਹਿੰਦੇ ਜੀ ਤੁਸੀਂ ਨਹੀਂ ਦਿੱਤਾ, ਅਸੀਂ ਨਹੀਂ ਦਿੱਤਾ ਤੇ ਤੁਸੀਂ ਸਾਡੇ ਵਾਲੀ ਗਲਤੀ ਨਾ ਕਰੋ ਦੁਬਾਰਾ, ਤੁਸੀਂ ਇੱਕ ਨਵੀਂ ਪਿਰਤ ਪਾਓ। ਔਰ ਜਦੋਂ ਗਿਰਦਾਵਰੀ ਹੁੰਦੀ ਆ ਇਟ ਹੈਜ਼ ਟੂ ਬੀ ਫੇਅਰ ਐਂਡ ਅਪਰੋਪਰੀਏਟ। ਇਹ ਨਹੀਂਗਾ ਕਿ ਆਪਾਂ ਵਿੱਚੋਂ ਰਕਬੇ ਚੱਕ ਕੇ ਤੇ ਥੋੜਾ ਜਿਹਾ ਮੁਆਵਜ਼ਾ ਦੇ ਦਈਏ 20,000 ਰੁਪਏ ਏਕੜ ਨਾਲ। ਇਹ ਸਾਰੇ ਪੰਜਾਬ ਦੇ ਵਿੱਚ ਸਪੈਸ਼ਲ ਗਿਰਦਾਵਰੀ ਫੇਅਰਨੈਸ ਨਾਲ ਡੀਸੀ ਕਰਾਉਣ ਔਰ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ, ਜਿਹੜੀ ਹੁਣ ਤਕਰੀਬਨ ਸਮਝ ਲਓ ਵੀ ਬਿਲਕੁਲ ਹੀ ਪੱਕ ਕੇ ਵਿਛ ਗਈ ਆ, ਉਹ ਤਾਂ ਕਦੀ ਉਹਨਾਂ ਨੂੰ ਦਾਣਾ ਜਿਹੜਾ ਉਹਨਾਂ ਦਾ ਬਚਣਾ ਹੀ ਨਹੀਂਗਾ, ਸਾਰਾ ਦਾਗੀ ਹੋ ਜਾਣਾ, ਕਾਲਾ ਹੋ ਜਾਣਾ, ਉਹ ਝੜ ਜਾਣਾ ਸਾਰਾ ਦਾਣਾ। ਸੋ ਮੈਂ ਉਮੀਦ ਕਰਦਾ ਵਾਂ ਕਿ ਇਸ ਮੌਜੂਦਾ ਸਾਡੀ ਪੰਜਾਬ ਸਰਕਾਰ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ। ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਕਿਉਂਕਿ ਮੈਂ ਆਲ ਇੰਡੀਆ ਜਿਹੜਾ ਸਾਡਾ ਕਾਂਗਰਸ ਦਾ ਕਿਸਾਨਾਂ ਦਾ ਵਿੰਗ ਹੈ, ਮੈਂ ਉਹਦਾ ਪ੍ਰਧਾਨ ਵੀ ਹਾਂ। ਤਾਂ ਮੈਨੂੰ ਪਤਾ ਕਿ ਹੋਰ ਵੀ ਦੇਸ਼ ਦੇ ਇਲਾਕਿਆਂ ਦੇ ਵਿੱਚ ਬਾਰਿਸ਼ ਨਾਲ, ਕਿਉਂਕਿ ਕਾਫੀ ਵੱਡੇ ਰੀਜਨ ਵਿੱਚ ਬਾਰਿਸ਼ ਪਈ ਆ, ਜਿੱਥੇ ਵੀ ਬਾਰਿਸ਼ ਪਈ ਆ ਉਹ ਕੇਂਦਰ ਦੀ ਸਰਕਾਰ, ਉਹ ਸਰਕਾਰਾਂ ਜ਼ਰੂਰ ਉਹਨਾਂ ਨੂੰ ਮੁਆਵਜ਼ਾ ਦੇਣ, ਕਿਉਂਕਿ ਕਿਸਾਨ ਅੱਗੇ ਹੀ ਬਹੁਤ ਵੱਡਾ ਕਰਜ਼ਈ ਆ, ਆਤਮ ਹੱਤਿਆ ਕਰ ਰਿਹਾ ਵਾ। ਕਿਉਂਕਿ ਤੁਹਾਨੂੰ ਪਤਾ ਵਾ ਕਿ ਫਸਲ ਪਾਲਣ ਲਈ ਬਹੁਤ ਜ਼ਬਰਦਸਤ ਇਨਪੁਟ ਦੀ ਕਾਸਟ ਆਉਂਦੀ ਆ, ਖਾਦਾਂ ਦੀ ਕੀਮਤ, ਬੀਜਾਂ ਦੀ ਕੀਮਤ, ਸਪਰੇਆਂ ਦੀ ਕੀਮਤ, ਡੀਜ਼ਲ ਦੇਖੋ ਕਿੰਨਾ ਮਹਿੰਗਾ ਹੋਇਆ। ਅੱਜ ਡੀਜ਼ਲ ਆਲਮੋਸਟ 2014 ਤੋਂ ਅਸੀਂ ਕੈਲਕੂਲੇਟ ਕਰ ਰਹੇ ਸੀ ਕਿ ਡਬਲ ਹੋ ਗਈ ਪ੍ਰਾਈਸ, ਮਤਲਬ 45-46 ਰੁਪਏ ਤੋਂ 90-95 ਰੁਪਏ ਕੱਲਾ ਡੀਜ਼ਲ ਹੀ ਆ।
ਲੇਕਿਨ ਕਦੀ ਕਿਸੇ ਸਰਕਾਰ ਨੇ ਇਹ ਤਾਂ ਸੋਚਿਆ ਨਹੀਂ ਕਿ ਜੇ ਇਨਪੁਟ ਦੀ ਕਾਸਟ ਡਬਲ ਹੋਈ ਆ ਤੇ ਅਸੀਂ ਇਹਨਾਂ ਦੀ ਐਮਐਸਪੀ ਦੀ ਜਿਹੜੀ ਹੈਗੀ ਆ ਉਹਦੀ ਕਾਸਟ ਵੀ ਡਬਲ ਕਰਦੀ, ਕਦੀ ਕਿਸੇ ਨੇ ਕੀਤਾ ਨਹੀਂਗਾ। ਸੋ ਮੈਂ ਉਮੀਦ ਕਰਦਾ ਵਾਂ ਕਿ ਫੇਅਰ ਮੁਆਵਜ਼ਾ ਸਾਰੇ ਪੰਜਾਬ ਦੇ ਜਿੱਥੇ ਜਿੱਥੇ ਵੀ ਗੜਿਆਂ ਨਾਲ ਬਾਰਿਸ਼ ਨਾਲ ਫਸਲ ਖਰਾਬ ਹੈ ਉਹਨਾਂ ਨੂੰ ਮੁਆਵਜ਼ਾ, ਬਲਕਿ ਪਿਛਲਾ ਮੁਆਵਜ਼ਾ ਵੀ ਪੈਂਡਿੰਗ ਆ। ਜਿਹੜੀ ਗੁਲਾਬੀ ਸੁੰਡੀ ਲੱਗੀ ਸੀਗੀ ਕਪਾਹ ਦੀ ਫਸਲ ਨੂੰ, ਉੱਥੇ ਕਿਹਾ ਸੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਉੱਠ ਕੇ ਕਿਹਾ ਵਾ ਕਿ ਅਸੀਂ ਮੁਆਵਜ਼ਾ ਦੇਵਾਂਗੇ। ਥੋੜਾ ਬਹੁਤਾ ਕਿਤੇ ਦਿੱਤਾ ਵੀ ਆ ਸ਼ਾਇਦ ਜਲਾਲਾਬਾਦ ਸਾਈਡ ਦੇ ਉੱਤੇ, ਲੇਕਿਨ ਪ੍ਰੋਪਰ ਕਪਾਹ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਮਗਰਲੀ ਫਸਲ ਝੋਨੇ ਦਾ ਉਹ ਵੀ ਹਲੇ ਤੱਕ ਮੁਆਵਜ਼ਾ ਪੈਂਡਿੰਗ ਆ ਪੰਜਾਬ ਦੇ ਲੋਕਾਂ ਦਾ। ਤਾਂ ਉਮੀਦ ਕਰਦਾ ਵਾਂ ਕਿ ਜਿਹੜੇ ਬਦਲਾਅ ਕਹਿੰਦੇ ਅਸੀਂ ਲੈ ਕੇ ਆਉਣਾ ਪੋਲਿਟਿਕਸ ਵਿੱਚ, ਵੈਸੇ ਤਾਂ ਲਿਆ ਰਹੇ ਨੇ, ਤੁਸੀਂ ਦੇਖ ਲਿਆ ਕਿੱਦਾਂ ਫਰਜੀ ਆਪਣੇ ਪੇਪਰ ਦਵਾ ਰਹੇ ਨੇ ਆ ਜਿਹੜੇ ਇਹਨਾਂ ਦੇ ਐਮਐਲਏ ਨੇ। ਮਤਲਬ ਝੂਠ ਹੀ ਚੱਲ ਰਿਹਾ ਇਹਨਾਂ ਦਾ। ਇੱਕ ਐਮਐਲਏ 4 ਲੱਖ ਰੁਪਇਆ ਲੈਂਦਾ ਫੜਿਆ ਗਿਆ, ਜਿਹੜੇ ਕਹਿੰਦੇ ਸੀ ਸਾਨੂੰ 25 ਕਰੋੜ ਰੁਪਈਆ ਆਪਰੇਸ਼ਨ ਲੋਟਸ ਵਿੱਚ ਬੀਜੇਪੀ ਸਾਡੇ ਐਮਐਲਏ ਨੂੰ ਖਰੀਦਣਾ ਚਾਹੁੰਦੇ, ਤਾਂ ਹੌਲੇ ਬੜੇ ਨਿਕਲ ਰਹੇ ਨੇ। ਇਹ ਤਾਂ ਕੱਖੋਂ ਹੌਲੇ ਨਿਕਲ ਗਏ ਨੇ ਐਮਐਲਏ। ਤੂੰ ਦੱਸੋ ਮੈਨੂੰ ਕੋਈ ਐਮਐਲਏ 12ਵੀਂ ਵਿੱਚ ਆਪਣੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਬਿਠਾ ਕੇ ਤੇ ਪਰਚਾ ਕਰਵਾਉਂਦਾ ਵਾ, ਇਮਤਿਹਾਨ ਦਵਾਉਂਦਾ ਵਾ? ਕੱਲ ਅਸੀਂ 2 ਸਰਕਾਰੀ ਟੀਚਰ ਫੜ ਲਏ ਉੱਥੇ, ਜਿਹੜੇ ਇਹਦੀ ਵਾਈਫ ਦਾ ਪੇਪਰ ਕਰਾਉਣ ਲਈ ਅੰਦਰ ਕਰਾ ਰਹੇ ਸੀਗੇ, ਨਕਲ ਮਰਵਾਉਣ ਦਾ ਪ੍ਰਬੰਧ ਕਰਾ ਰਹੇ ਹੋਣੇ, ਤੇ ਨਾਲ ਇਹਦਾ ਪ੍ਰੋਕਸੀ ਕੰਮ ਕਰ ਰਹੇ ਕੋਈ ਹਰਪ੍ਰੀਤ ਸਿੰਘ ਮਾਨ ਆ। ਤੇ ਫਿਰ ਸ਼ੈਰੀ ਕਲਸੀ ਜਦੋਂ ਫੜਿਆ ਕਹਿੰਦਾ ਜੀ ਮੇਰਾ ਰਿਸ਼ਤੇਦਾਰ ਆ। ਆਪਾਂ ਸਾਰਿਆਂ ਨੂੰ ਪਤਾ ਕਿ ਸ਼ੈਰੀ ਕਲਸੀ ਕੌਣ ਆ ਤੇ ਹਰਪ੍ਰੀਤ ਸਿੰਘ ਮਾਨ ਕੌਣ ਆ। ਉੱਥੋਂ ਦਾ ਇੱਕ ਲੋਕਲ ਸਰਕਾਰੀ ਗਵਰਨਮੈਂਟ ਸਕੂਲ ਦਾ ਟੀਚਰ, ਕੋਈ ਇੱਕ ਨਾਲ ਹੋਰ ਟੀਚਰ ਸੀ ਨਵਦੀਪ ਸਿੰਘ। ਇਹ ਦੋਨੋਂ ਸਰਕਾਰੀ ਟੀਚਰ ਆਪਣੀ ਜੌਬ ਛੱਡ ਕੇ ਸਕੂਲ 'ਚ ਇੱਥੇ ਨਕਲ ਮਰਵਾਉਣ ਵਿੱਚ ਤੇ ਕੰਮ ਗਲਤ ਕਰਾਉਣ ਲਈ ਆਏ ਸੀ। ਪਤਾ ਲੱਗਿਆ ਕਿ ਇਹਦੇ ਦਫ਼ਤਰ ਵਿੱਚ ਰੋਜ਼ ਇਹ ਦੋਨੋਂ ਟੀਚਰਸ ਰਹਿੰਦੇ ਨੇ। ਚਲੋ ਉਸ ਗੱਲ ਨੂੰ ਛੱਡੋ ਤੁਸੀਂ। ਤਾਂ ਮੈਂ ਗੱਲ ਕਹਿ ਰਿਹਾ ਸੀਗਾ ਕਿ ਜਿਹੜੇ ਕਹਿੰਦੇ ਅਸੀਂ ਕਿ ਪੋਲਿਟਿਕਸ ਵਿੱਚ ਚੇਂਜ ਲੈ ਕੇ ਆਉਣੀ ਆ, ਤੁਹਾਡੇ ਐਮਐਲਏ ਤਾਂ ਯਾਰ ਬਿਲਕੁਲ ਹੀ ਹਲਕੇ ਨਿਕਲ ਰਹੇ ਨੇ। ਤੁਸੀਂ ਲੋਕਾਂ ਦੇ ਵਿੱਚ ਕਿੱਦਾਂ ਕੰਮ ਕਰੋਗੇ ਜਿਹੜਾ ਤੁਸੀਂ ਵਾਅਦੇ ਕੀਤੇ ਸੀ? ਪਰ ਉਸ ਮਸਲੇ ਤੋਂ ਵੀ ਪਿੱਛੇ ਹਟ ਕੇ ਇੱਕ ਵਾਰ ਦੁਬਾਰਾ ਫਿਰ ਮੈਂ ਸਾਰੇ ਜਿੰਨਾ ਵੀ ਨੁਕਸਾਨ ਹੋਇਆ ਮੇਰੇ ਵੀਰੋ ਭੈਣੋ ਤੁਸੀਂ ਦੇਖ ਸਕਦੇ ਹੋ। ਇਹ ਤਾਂ ਸਿਰਫ ਅਸੀਂ ਤੁਹਾਨੂੰ ਕੋਈ ਛੋਟੇ ਇੱਕ ਉਦਾਹਰਨ ਦੇ ਤੌਰ ਤੇ ਮੈਂ ਦਿਖਾ ਰਿਹਾ, ਪਰ ਮੈਂ ਅੰਦਾਜ਼ਾ ਲਾ ਸਕਦਾ ਕਿ ਅਗਰ ਇੱਥੇ ਇਹ ਹਾਲਤ ਆ ਤੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਫਸਲਾਂ ਦੀ ਕੀ ਹਾਲਤ ਹੋਵੇਗੀ। ਇਸ ਮੁੱਦੇ ਨੂੰ ਤੁਹਾਡੇ ਤੱਕ ਪਹੁੰਚਾ ਕੇ ਤੁਸੀਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਕਿ ਭਗਵੰਤ ਸਿੰਘ ਮਾਨ ਖੁਦ, ਵੈਸੇ ਤਾਂ ਮੈਨੂੰ ਲੱਗਦਾ ਕਿ ਉਹਨੂੰ ਪਤਾ ਲੱਗ ਹੀ ਗਿਆ ਹੋਣਾ ਡੈਫੀਨੇਟਲੀ, ਜਿਹੜਾ ਐਗਰੀਕਲਚਰ ਮਿਨਿਸਟਰ ਉਹਨੂੰ ਵੀ ਕੋਗਨੀਜੈਂਸ ਲੈਣੀ ਚਾਹੀਦੀ ਆ ਤੇ ਇਹਨਾਂ ਨੂੰ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਬਕੈਨ ਵਾਲਾ ਦੇ ਜਿਹੜੇ 30 ਦਲਿਤਾਂ ਦੇ ਘਰ ਡਿੱਗੇ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਉਹਨਾਂ ਦਾ ਛੱਤ ਪਾਉਣੀ, ਲੈਂਟਰ ਪਾਉਣਾ ਦੁਬਾਰਾ, ਉਹਨਾਂ ਨੂੰ ਮੇਰੇ ਹਿਸਾਬ ਨਾਲ 2.5 ਲੱਖ ਰੁਪਏ ਘੱਟੋ ਘੱਟ ਛੱਤ ਪਾਉਣ ਵਾਸਤੇ ਚਾਹੀਦਾ। ਤੇ ਜਿਹੜੇ ਇੰਜਰ ਹੋਏ ਨੇ ਗਰੀਬ ਆਦਮੀ ਬਕੈਨ ਵਾਲਾ ਫਾਜ਼ਿਲਕਾ ਦੇ ਪਿੰਡ ਦੇ, ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।